ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿਹੜੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਕਿ ਤ੍ਰਿਪਤ ਰਜਿੰਦਰ ਬਾਜਵਾ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਕਿਸ ਤਰੀਕੇ ਦੇ ਨਾਲ ਝਟਕਾ ਦਿੱਤਾ ਗਿਆ ਤੇ ਕਿਹੜੇ ਲੀਡਰ ਨੂੰ ਉਹਨਾਂ ਦੇ ਰੂਪ ਦੇ ਵਿੱਚ ਉਭਾਰਿਆ ਗਿਆ ਹੈ। ਤ੍ਰਿਪਤ ਰਜਿੰਦਰ ਬਾਜਵਾ ਦੇ ਪੈਰਲਰ ਕਿਹੜੇ ਲੀਡਰ ਨੂੰ ਉਭਾਰਿਆ ਗਿਆ ਉਹ ਵੀ ਤੁਹਾਨੂੰ ਦੱਸਾਂਗੇ। ਕਿਹੜਾ ਵੱਡਾ ਅਹੁਦਾ ਦਿੱਤਾ ਗਿਆ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਸਿੱਧੂ ਨੇ ਜਿਹੜਾ ਕੈਪਟਨ ਨੂੰ ਨਿਸ਼ਾਨੇ ਤੇ ਲਿਆ, ਕਈ ਤਰੀਕੇ ਦੀਆਂ ਗੱਲਾਂ ਕੀਤੀਆਂ ਨੇ, ਕੀ ਕੁਝ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਉਹ ਵੀ ਦੱਸਾਂਗੇ। ਪਰ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਹਾਕੀ ਦੇ ਬਾਰੇ। ਭਾਰਤੀਆਂ ਲਈ ਅੱਜ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਮੁੰਡਿਆਂ ਨੇ ਅੱਜ ਹਾਕੀ ਦੇ ਵਿੱਚ 올림픽ਸ ਦੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਭਾਰਤ ਦੇ ਲਈ ਮੁਬਾਰਕਬਾਦ ਦਾ ਮੌਕਾ ਹੈ। ਇਸ ਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਭੀਮਿੰਦਰ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਆਪਾਂ ਸਭ ਤੋਂ ਪਹਿਲਾਂ ਗੱਲ ਆਪਾਂ ਹਾਕੀ ਦੀ ਕਰੀਏ ਤਾਂ ਜਿਵੇਂ ਮੈਂ ਦੱਸ ਚੁੱਕਿਆ ਕਿ ਭਾਰਤੀਆਂ ਲਈ ਮੁਬਾਰਕਬਾਦ ਦਾ ਮੌਕਾ ਹੈ। 40 ਸਾਲਾਂ ਤੋਂ ਵੱਧ ਦੇ ਸਮੇਂ ਤੋਂ ਬਾਅਦ 올림픽ਸ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਜਿਹੜਾ ਮੈਡਲ ਜਿੱਤਿਆ, ਕਿਵੇਂ ਦੇਖਦੇ ਹੋ ਅਜਿਹੇ ਮੁਬਾਰਕਬਾਦ ਸਮੇਂ? ਬਿਲਕੁਲ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਜ ਇੱਕ ਇਤਿਹਾਸਕ ਦਿਨ ਹੈ ਪੰਜਾਬ ਲਈ, ਬਿਲਕੁਲ ਵਿਸ਼ੇਸ਼ ਤੌਰ ਤੇ ਪੂਰੇ ਭਾਰਤ ਦੇ ਲਈ। ਜਿਵੇਂ ਤੁਸੀਂ ਦੱਸਿਆ ਕਿ 1980 ਤੋਂ ਬਾਅਦ ਮਾਸਕੋ 올림픽 ਜਦੋਂ ਹੋਈ ਸੀਗੀ ਮਾਸਕੋ ਦੇ ਵਿੱਚ, ਹਾਲਾਂਕਿ ਉਸ 올림픽ਸ ਦੇ ਵਿੱਚ ਬਹੁਤ ਘੱਟ, ਖਾਸ ਤੌਰ ਤੇ ਜਿਹੜੀ ਯੂਰਪੀਅਨ ਟੀਮਾਂ ਸੀਗੀਆਂ ਉਹਨਾਂ ਨੇ ਭਾਗ ਨਹੀਂ ਸੀ ਲਿਆ। ਇਹਦੇ ਬਾਵਜੂਦ ਉਸ ਵੇਲੇ 골ਡ ਮੈਡਲ ਜਿੱਤਿਆ ਸੀਗਾ। ਔਰ ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਲਗਭਗ 40-41 ਸਾਲਾਂ ਦਾ ਵਕਫਾ ਹੈ ਔਰ ਇਸ ਵਕਫੇ ਦੇ ਦੌਰਾਨ ਬਹੁਤ ਪਿੱਛੇ ਗਈ ਹਾਕੀ। ਔਰ ਆਪਾਂ ਕਹਿ ਸਕਦੇ ਹਾਂ ਕਿ ਕਈ ਵਾਰੀ ਤਾਂ ਇਹ ਵੀ ਮੌਕੇ ਆਏ ਕਿ ਅਸੀਂ 올림픽ਸ ਕੁਆਲੀਫਾਈ ਵੀ ਨਹੀਂ ਕਰ ਸਕੇ। ਸੋ ਉਸ ਤੋਂ ਨਿਕਲ ਕੇ ਹੌਲੀ ਹੌਲੀ ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਦੇਖੀਏ ਕਿ ਕੁਝ ਸਾਲਾਂ ਦੇ ਵਿੱਚ ਹੀ ਭਾਰਤੀ ਹਾਕੀ ਨੇ ਬਹੁਤ ਉੱਪਰਲੇ ਲੈਵਲ ਦੀ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ। ਔਰ ਵੱਡੀ ਜਿਹੜੀ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਪਿਛਲੇ 40 ਸਾਲਾਂ ਤੋਂ ਬਾਅਦ ਇੱਕ ਬਹੁਤ ਹੀ ਵੱਡੀ ਕਾਮਯਾਬੀ ਹੈ। ਬੇਸ਼ੱਕ ਮੈਂ ਕਹਿਣਾ ਕਿ ਉਮੀਦ ਇਹ ਕੀਤੀ ਜਾਂਦੀ ਸੀ ਕਿ ਸ਼ਾਇਦ ਅਸੀਂ 골ਡ ਜਿੱਤਾਂਗੇ, ਪਰ ਜਿਹੜੀਆਂ ਵੀ ਟੀਮਾਂ ਤੋਂ ਅਸੀਂ ਹਾਰੇ ਹਾਂ ਉਹ ਬਹੁਤ ਹੀ ਇੱਕ ਵਰਲਡ ਦੀਆਂ ਬਹੁਤ ਉੱਚਤਰ ਟੀਮਾਂ ਨੇ, ਬਹੁਤ ਹਾਇਰ ਲੈਵਲ ਦੀਆਂ ਟੀਮਾਂ ਸੀਗੀਆਂ ਜਿਨ੍ਹਾਂ ਤੋਂ ਅਸੀਂ ਹਾਰੇ। ਪਰ ਅਸੀਂ ਅੱਜ ਜਿਹੜਾ ਹੈਗਾ 3rd ਪਲੇਸ ਦੇ ਲਈ ਅਸੀਂ ਲੜੇ ਔਰ ਜਰਮਨ ਨੂੰ 5-4 ਗੋਲਾਂ ਦੇ ਵਿੱਚ ਅਸੀਂ ਹਰਾਇਆ। ਔਰ ਬਹੁਤ ਫਸਵੀਂ ਟੱਕਰ ਸੀਗੀ। ਭਾਰਤੀ ਲੜਕਿਆਂ ਨੇ ਬਹੁਤ ਖੂਬਸੂਰਤ ਗੇਮ ਜਿਹੜੀ ਹੈਗੀ ਆ ਹਾਕੀ ਦੀ ਖੇਡੀ ਹੈ। ਆਪਾਂ ਕਹਿ ਸਕਦੇ ਹਾਂ ਕਿ ਚਾਹੇ ਪੈਨਲਟੀ ਕਾਰਨਰ ਹੋਣ ਜਿਨ੍ਹਾਂ ਨੂੰ ਉਹਨਾਂ ਨੇ ਗੋਲਾਂ ਦੇ ਵਿੱਚ ਕਨਵਰਟ ਕੀਤਾ, ਚਾਹੇ ਸਾਡਾ ਅਟੈਕ ਹੋਵੇ, ਚਾਹੇ ਸਾਡਾ ਡਿਫੈਂਸ ਹੋਵੇ, ਅਸੀਂ ਹਰ ਪੱਖੋਂ ਜਰਮਨ ਦਾ ਜਿਹੜਾ ਹੈਗਾ ਮੁਕਾਬਲਾ ਕੀਤਾ। ਬੇਸ਼ੱਕ ਇੱਕ ਵਾਰੀ ਲੱਗ ਰਿਹਾ ਸੀਗਾ ਕਿ ਸ਼ਾਇਦ ਸਮੇਂ ਦੇ ਵਿੱਚ ਵੀ ਜਦੋਂ 6 ਸੈਕਿੰਡ ਰਹਿ ਗਏ ਸੀ ਉਦੋਂ ਵੀ ਜਰਮਨੀ ਨੂੰ ਜਿਹੜਾ ਪੈਨਲਟੀ ਕਾਰਨਰ ਮਿਲ ਗਿਆ ਸੀ, ਪਰ ਭਾਰਤੀ ਗੋਲਕੀਪਰ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਹਨੂੰ ਰੋਕ ਕੇ ਜਿਹੜਾ ਭਾਰਤ ਦੀ ਝੋਲੀ ਦੇ ਵਿੱਚ ਉਹ ਮੈਡਲ ਪਵਾਇਆ। ਬਿਲਕੁਲ, ਕਈ ਵਾਰੀ ਤਾਂ ਇਹ ਵੀ ਹੋਇਆ ਕਿ ਜਿਹੜਾ ਆਖਰੀ ਸੈਕਿੰਡ ਸੀਗਾ ਉਹਦੇ ਵਿੱਚ ਵੀ ਉਹਨਾਂ ਜਰਮਨ ਦੀ ਟੀਮ ਨੂੰ ਪੈਨਲਟੀ ਕਾਰਨਰ ਮਿਲਿਆ। ਪਰ ਇਹ ਕਈ ਵਾਰੀ ਇਹ ਹੋਇਆ ਕਿ 2-3 ਵਾਰੀ ਲਗਾਤਾਰ ਰਿਪੀਟ ਹੋਇਆ ਪੈਨਲਟੀ ਕਾਰਨਰ, ਪਰ ਇਹਦੇ ਬਾਵਜੂਦ ਸਾਡੇ ਜਿਹੜੇ ਡਿਫੈਂਡਰ ਸੀਗੇ ਭਾਰਤੀ ਉਹਨਾਂ ਨੇ ਉਸ ਨੂੰ ਰੋਕਿਆ। ਔਰ ਅਖੀਰ ਨੂੰ ਜਿਹੜੀ ਹੈਗੀ ਬਹੁਤ ਵੱਡੀ ਮੈਨੂੰ ਲੱਗਦਾ ਹੈ ਕਿ ਇਹ ਭਾਰਤੀ ਹਾਕੀ ਦੇ ਲਈ, ਭਾਰਤੀ ਸਪੋਰਟਸ ਦੇ ਲਈ ਇੱਕ ਮੈਨੂੰ ਲੱਗਦਾ ਹੈ ਕਿ ਯੂ ਟਰਨ ਹੈ। ਇਹਦੇ ਵਿੱਚੋਂ ਭਾਰਤੀ ਹਾਕੀ ਦਾ ਅਮਰਜ ਹੋਏਗਾ, ਇਹਦੇ ਵਿੱਚੋਂ ਆਉਣ ਵਾਲੀਆਂ ਜਿਹੜੀਆਂ ਸਪੋਰਟਸ ਹੋਣਗੀਆਂ ਉਹਦਾ ਅਮਰਜ ਹੋਏਗਾ। ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਲੜਕੀਆਂ ਦੀ ਜਿਹੜੀ ਟੀਮ ਹੈ ਆਉਣ ਵਾਲੇ ਕੱਲ ਹੀ ਜਿਹੜੀ ਹੈਗੇ ਉਹਨਾਂ ਦਾ ਮੈਚ ਹੋਣਾ ਹੈ। ਔਰ ਉਮੀਦ ਇਹੀ ਬਣਦੀ ਹੈ ਇਸ ਵੇਲੇ ਕਿ ਜੇਕਰ ਲੜਕਿਆਂ ਨੇ ਜਿੱਤਿਆ ਹੈ ਬ੍ਰੌਂਜ਼ ਮੈਡਲ ਤਾਂ ਲਾਜ਼ਮੀ ਤੌਰ ਤੇ ਲੜਕੀਆਂ ਵੀ ਸਾਡੀਆਂ ਪਿੱਛੇ ਨਹੀਂ ਰਹਿਣਗੀਆਂ। ਉਹ ਵੀ ਸਾਨੂੰ ਬਹੁਤ ਦੁਆਵਾਂ ਵੀ ਕਰਦੇ ਹਾਂ, ਸ਼ੁਭਕਾਮਨਾਵਾਂ ਵੀ ਦਿੰਦੇ ਹਾਂ। ਦੁਆ ਉਹਨਾਂ ਦੇ ਲਈ ਦੁਆਵਾਂ ਨੇ ਔਰ ਉਹਨਾਂ ਲਈ ਸ਼ੁਭਕਾਮਨਾਵਾਂ ਨੇ। ਔਰ ਸਾਨੂੰ ਉਮੀਦ ਵੀ ਹੈ, ਭਰੋਸਾ ਵੀ ਹੈ ਉਹਨਾਂ ਦੇ ਉੱਤੇ ਕਿ ਸਾਡੀਆਂ ਲੜਕੀਆਂ ਜ਼ਰੂਰ ਮੁੰਡਿਆਂ ਦਾ ਮੁਕਾਬਲਾ ਕਰਨਗੀਆਂ ਔਰ ਭਾਰਤੀ ਝੋਲੀ ਦੇ ਵਿੱਚ ਇੱਕ ਹੋਰ ਤਮਗਾ ਜਿਹੜਾ ਹੈਗਾ ਉਹ ਪਏਗਾ ਕੱਲ ਨੂੰ। ਔਰ ਇਸ ਤੋਂ ਇਲਾਵਾ ਹੋਰ ਜਿਹੜੇ ਸਾਡੀਆਂ ਬਾਕੀ ਸਪੋਰਟਸ ਨੇ ਉਹਨਾਂ ਦੇ ਵਿੱਚ ਵੀ ਸਾਡੇ ਜਿਹੜੇ ਐਥਲੀਟ ਨੇ ਉਹ ਜਿਹੜੇ ਸਪੋਰਟਸਮੈਨ ਨੇ ਲੱਗੇ ਹੋਏ ਨੇ। ਉਮੀਦ ਕੀਤੀ ਜਾਣੀ ਬਣਦੀ ਆ ਕਿ ਅੱਜ ਕੁਝ ਹੋਰ ਤਮਗੇ ਵੀ ਜਿਹੜੇ ਨੇ ਭਾਰਤ ਦੀ ਝੋਲੀ ਪੈ ਸਕਦੇ ਨੇ। ਸੋ ਇੱਕ ਵਾਰ ਫੇਰ ਸਾਰੇ ਭਾਰਤੀਆਂ ਵੱਲੋਂ, ਸਾਰੇ ਜਿੱਥੇ ਵੀ ਹਾਕੀ ਪ੍ਰੇਮੀ ਬੈਠੇ ਨੇ ਜਾਂ ਭਾਰਤੀ ਬੈਠੇ ਨੇ ਉਹਨਾਂ ਵੱਲੋਂ
ਸਾਡੀ ਭਾਰਤੀ ਜਿਹੜੀ ਲੜਕਿਆਂ ਦੀ ਟੀਮ ਹੈ ਹਾਕੀ ਦੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਅਗਲੀ ਪਾਰੀ ਦੇ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਜੀ। ਸੁਖਵਿੰਦਰ ਜੀ, ਅਸੀਂ ਇੱਕ ਵਾਰ ਫਿਰ ਤੋਂ ਆਪਣੀ ਟੀਮ ਦੇ ਵੱਲੋਂ ਵੀ ਪੂਰੇ ਭਾਰਤ ਵਾਸੀਆਂ ਨੂੰ, ਹਾਕੀ ਟੀਮ ਨੂੰ, ਖੇਡ ਪ੍ਰੇਮੀਆਂ ਨੂੰ ਜਿਹੜੀ ਇੱਕ ਵਾਰ ਫਿਰ ਤੋਂ ਜਿਹੜੀ ਭਾਰਤੀ ਹਾਕੀ ਟੀਮ ਦੀ ਇਸ ਜਿੱਤ ਦੀ ਵਧਾਈ ਦਿੰਦੇ ਹਾਂ, ਸ਼ੁਭ ਕਾਮਨਾਵਾਂ ਦਿੰਦੇ ਹਾਂ। ਤੇ ਨਾਲ ਹੀ ਨਾਲ ਜਿਹੜੀਆਂ ਕੁੜੀਆਂ ਦਾ ਮੁਕਾਬਲਾ ਹੈ ਸੈਮੀਫਾਈਨਲ ਦੇ ਵਿੱਚ, ਉਹਨਾਂ ਨੂੰ ਵੀ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਉਹ ਵੀ ਜਿਹੜੇ ਲੜਕਿਆਂ ਦੀ ਤਰ੍ਹਾਂ ਹੀ ਕਾਮਯਾਬੀ ਹਾਸਲ ਕਰਨ। ਤੇ ਨਾਲ ਹੀ ਨਾਲ ਜਿਹੜੇ ਜੈਵਲਿਨ ਥਰੋ ਦੇ ਵਿੱਚ ਅੱਜ ਫਾਈਨਲ ਜਿਹੜਾ ਮੁਕਾਬਲਾ ਹੈਗਾ ਨੀਰਜ ਚੋਪੜਾ ਦਾ, ਉਹਨਾਂ ਨੂੰ ਵੀ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਵੀ ਜਿਹੜੇ ਭਾਰਤ ਦੇ ਲਈ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਉਣ ਤੇ ਆਪਣੇ ਮਾਪਿਆਂ ਦਾ ਤੇ ਭਾਰਤ ਦਾ ਨਾਮ ਜਿਹੜਾ ਰੌਸ਼ਨ ਕਰਨ। ਚਲੋ ਅਗਲੀ ਖਬਰ ਵੱਲ ਆਪਾਂ ਵਧਦੇ ਹਾਂ। ਡਾਕਟਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਤ੍ਰਿਪਤ ਰਜਿੰਦਰ ਬਾਜਵਾ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਖੂੰਜੇ ਲਾਉਣ ਦੇ ਲਈ ਨਵੀਂ ਚਾਲ ਚੱਲੀ ਗਈ ਹੈ। ਪਹਿਲਾਂ ਤ੍ਰਿਪਤ ਰਜਿੰਦਰ ਬਾਜਵਾ ਕਰਕੇ ਅਸ਼ਵਨੀ ਸ਼ੇਖੜੀ ਨੂੰ ਖੂੰਜੇ ਲਾਇਆ ਗਿਆ ਸੀ ਤੇ ਹੁਣ ਅਸ਼ਵਨੀ ਸ਼ੇਖੜੀ ਕਰਕੇ ਤ੍ਰਿਪਤ ਰਜਿੰਦਰ ਬਾਜਵਾ ਨੂੰ ਖੂੰਜੇ ਲਾਉਣ ਦੀ ਤਿਆਰੀ ਹੈ ਤੇ ਅਸ਼ਵਨੀ ਸ਼ੇਖੜੀ ਨੂੰ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਦਿੱਤਾ ਗਿਆ। ਕਿਉਂਕਿ ਥੋੜੇ ਦਿਨ ਪਹਿਲਾਂ ਜਦੋਂ ਆਪਾਂ ਦੇਖਿਆ ਕਿ ਤ੍ਰਿਪਤ ਰਜਿੰਦਰ ਬਾਜਵਾ ਸਿੱਧੂ ਵੱਲ ਝੁਕਾਅ ਰੱਖਦਿਆ ਤੇ ਖੜਗੇ ਕਮੇਟੀ ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੇ ਖਾਮੀਆਂ ਪੇਸ਼ ਕੀਤੀਆਂ, ਤਾਂ ਉਸ ਤੋਂ ਬਾਅਦ ਥੋੜੇ ਅਸ਼ਵਨੀ ਸ਼ੇਖੜੀ ਨਾਲ ਲੱਗਦੇ ਗਏ। ਅਸ਼ਵਨੀ ਸ਼ੇਖੜੀ ਦਾ ਮੈਂ ਪਿਛਲੇ ਦਿਨੀ ਬਿਆਨ ਦੇਖਿਆ ਸੀ, ਇੱਕ ਹਫ਼ਤਾ ਪਹਿਲਾਂ, ਉਹ ਕਹਿੰਦੇ ਇੱਕ ਹਫ਼ਤਾ ਰੁਕ ਜਾਓ, ਤੁਹਾਨੂੰ ਸਾਰੀ ਗੱਲ ਦੱਸਾਂਗੇ, ਅੱਗੇ ਦੇਖੋ ਹੁੰਦਾ ਕੀ ਹੈ। ਤੇ ਅੱਜ ਫਿਰ ਉਹਨਾਂ ਨੂੰ ਜਿਹੜਾ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਜਿਹੜਾ ਚੇਅਰਮੈਨ ਲਗਾ ਦਿੱਤਾ ਗਿਆ। ਕਿਵੇਂ ਦੇਖਦੇ ਹੋ ਤ੍ਰਿਪਤ ਰਜਿੰਦਰ ਬਾਜਵਾ ਨੂੰ, ਕਿੰਨਾ ਕੁ ਵੱਡਾ ਝਟਕਾ ਤੇ ਕਿਸ ਤਰੀਕੇ ਦੇ ਨਾਲ ਖੁੱਡੇ ਲਾਉਣ ਦੀ ਜਿਹੜੀ ਤਿਆਰੀ ਹੋਈ ਹੈ? ਸੁਖਵਿੰਦਰ ਜੀ, ਜਦੋਂ ਅਸੀਂ ਅਸ਼ਵਨੀ ਸ਼ੇਖੜੀ ਹੋਰਾਂ ਦੇ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ ਔਰ ਖਾਸ ਤੌਰ ਤੇ ਜਿਹੜਾ ਪਿਛਲਾ ਜਿਹੜਾ ਉਹਨਾਂ ਦਾ ਖਾਸ ਤੌਰ ਤੇ 4.5 ਸਾਲ ਦਾ ਜਿਹੜਾ ਪੀਰੀਅਡ ਰਿਹਾ, ਉਹਦੇ ਵਿੱਚ ਉਹ ਆਪਣੇ ਚੋਣਾਂ ਜਿਹੜੀਆਂ ਸੀ ਵਿਧਾਨ ਸਭਾ ਦੀਆਂ ਬਟਾਲੇ ਤੋਂ ਬਿਲਕੁਲ ਬੁਰੀ ਤਰ੍ਹਾਂ ਹਾਰੇ ਸੀਗੇ ਔਰ ਉਹ ਜਦੋਂ ਤੋਂ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਨੂੰ ਜਿਹੜਾ ਹੈਗਾ ਖੁੱਡੇ ਲੈਣ ਲਾਇਆ ਜਾ ਰਿਹਾ ਹੈ ਔਰ ਇਸ ਲਈ ਉਹਨਾਂ ਨੂੰ ਹਮੇਸ਼ਾ ਉਹਨਾਂ ਨੇ ਕੋਈ ਨਾ ਕੋਈ ਨਵਾਂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸਿਆਸਤ ਦੇ ਵਿੱਚ। ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰੀ ਉਹਨਾਂ ਨੂੰ ਕਿਹਾ ਗਿਆ ਉਹਨਾਂ ਵੱਲੋਂ ਕਿ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਵਾਂਗਾ ਔਰ ਆਪਾਂ ਨੂੰ ਵੀ ਯਾਦ ਹੈ ਕਿ ਡਾਕਟਰ ਵੇਰਕਾ ਜਿਹੜੇ ਸੀਗੇ ਉਹਨਾਂ ਨੇ ਮੁਲਾਕਾਤ ਕੀਤੀ ਔਰ ਇਸੇ ਤਰ੍ਹਾਂ ਕੈਪਟਨ ਸਾਹਿਬ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਪਾਰਟੀ ਦੇ ਵਿੱਚ ਰਹੋ। ਸੋ ਮਸਾ ਮਨਾ ਮਨੂ ਕਿ ਉਹਨਾਂ ਨੂੰ ਪਾਰਟੀ 'ਚ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਪੱਤਾ ਖੇਡਿਆ ਕਿ ਜਿਹੜਾ ਹਿੰਦੂ ਚਿਹਰੇ ਨੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਖੁੱਡੇ ਲੈਣ ਲਾਇਆ ਜਾ ਰਿਹਾ, ਹਿੰਦੂਆਂ ਨੂੰ ਨਹੀਂ ਪੁੱਛਿਆ ਜਾ ਰਿਹਾ। ਇਹਨਾਂ ਨੇ ਕਾਨਫਰੰਸ ਵੀ ਕੀਤੀ, ਤੁਹਾਨੂੰ ਯਾਦ ਹੋਏਗਾ, ਦਰਸ਼ਕਾਂ ਨੂੰ ਯਾਦ ਹੋਏਗਾ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਕਾਂਗਰਸ ਦੇ ਵਿੱਚ ਹਿੰਦੂਆਂ ਦਾ ਜਿਹੜਾ ਕੋਈ ਸਥਾਨ ਨਹੀਂ ਹੈ। ਯਾਨੀ ਕਿ ਇੱਕ ਤਰ੍ਹਾਂ ਦਾ ਧਾਰਮਿਕ ਪੱਤਾ ਵੀ ਉਹਨਾਂ ਨੇ ਖੇਡਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਜਦੋਂ ਸਾਰੀਆਂ ਚੀਜ਼ਾਂ ਪਲਟ ਰਹੀਆਂ ਸੀਗੀਆਂ ਔਰ ਬਕਾਇਦਾ ਤੌਰ ਤੇ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਉਹਨਾਂ ਨਾਲ ਮੀਟਿੰਗਾਂ ਹੋ ਰਹੀਆਂ ਸੀਗੀਆਂ, ਤਾਂ ਉਹਨਾਂ ਮੀਟਿੰਗਾਂ ਦੇ ਵਿੱਚ ਜਿੱਥੇ ਇੱਕ ਪਾਸੇ ਪੰਜਾਬ ਦੇ ਵੱਖ-ਵੱਖ ਵਿਧਾਇਕ ਹੋਣ, ਮਿਨਿਸਟਰ ਹੋਣ ਜਾਂ ਵਲੰਟੀਅਰ ਸਾਹਿਬਾਨ ਹੋਣ, ਉਹ ਕੈਪਟਨ ਸਾਹਿਬ ਦੇ ਖਿਲਾਫ ਜਾਂਦੇ ਨਜ਼ਰ ਆ ਰਹੇ ਸੀਗੇ, ਉੱਥੇ ਬਹੁਤ ਥੋੜੇ ਲੋਕ ਸੀਗੇ ਜਿਹੜੇ ਅਸ਼ਵਨੀ ਸ਼ੇਖੜੀ ਵਰਗੇ ਜਿਹੜੇ ਕਿ ਕੈਪਟਨ ਸਾਹਿਬ ਦਾ ਪੱਖ ਪੂਰ ਰਹੇ ਸੀ। ਔਰ ਤੁਹਾਨੂੰ ਵੀ ਯਾਦ ਹੋਏਗਾ ਕਿ ਸ਼ੇਖੜੀ ਜੀ ਦਿੱਲੀ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ, ਕੈਪਟਨ ਸਾਹਿਬ ਦੇ ਨਾਲ ਹੀ ਰਹੇ ਔਰ ਉਹ ਇੱਕ ਤਰ੍ਹਾਂ ਦਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜੇ ਇਹ ਲੋਕ, ਜੇ ਇਹ ਵਿਧਾਇਕ ਜਿਹੜੇ ਤੁਹਾਡੇ ਨੇੜੇ ਰਹੇ ਨੇ ਕੈਪਟਨ ਸਾਹਿਬ, ਜੇ ਤੁਹਾਨੂੰ ਛੱਡ ਰਹੇ ਨੇ ਤਾਂ ਮੈਂ ਤੁਹਾਡੇ ਨਾਲ ਖੜਾਂਗਾ। ਇੱਕ ਕਿਸਮ ਦੀ ਉਹਨਾਂ ਨੇ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਦਾ ਸਿਲਾ ਉਹਨਾਂ ਨੂੰ ਮਿਲਿਆ। ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀ ਹੈਗੀ ਇਸ ਵੇਲੇ ਲਗਭਗ 6 ਮਹੀਨੇ ਕਾਂਗਰਸ ਦੇ ਰਹਿੰਦੇ ਨੇ ਔਰ ਕੈਪਟਨ ਸਾਹਿਬ ਨੇ ਜਦੋਂ ਸੋਚਿਆ ਕਿ ਮੇਰਾ ਇੱਕ ਜਿਹੜਾ ਖਾਸਮ ਖਾਸ, ਜਿਵੇਂ ਤੁਸੀਂ ਤ੍ਰਿਪਤ ਰਜਿੰਦਰ ਬਾਜਵਾ ਦੀ ਗੱਲ ਕੀਤੀ ਹੈ ਕਿ ਕਿਸੇ ਵੇਲੇ ਖਾਸਮ ਖਾਸ ਮੰਤਰੀ ਮੰਨੇ ਜਾਂਦੇ ਸੀਗੇ, ਉਹਨਾਂ ਦਾ ਸੱਜੀ ਬਾਂਹ ਜਿਹੜੀ ਹੈਗੀ ਹੈ ਮੰਨੇ ਜਾਂਦੇ ਸੀਗੇ, ਪਰ ਇਹਦੇ ਬਾਵਜੂਦ ਜਿਹੜੀਆਂ ਦੂਰੀਆਂ ਵਧੀਆਂ ਪਿਛਲੇ ਦਿਨਾਂ ਦੇ ਵਿੱਚ, ਤਾਂ ਤੁਸੀਂ ਦੇਖਿਆ ਹੋਏਗਾ ਕਿ ਉਸ ਮਾਝੇ ਏਰੀਏ ਦੇ ਵਿੱਚ, ਬਟਾਲਾ ਏਰੀਏ ਦੇ ਵਿੱਚ ਕੈਪਟਨ ਸਾਹਿਬ ਨੂੰ ਲੱਗਦਾ ਸੀਗਾ ਕਿ ਮੈਂ ਕੋਈ ਆਪਣਾ ਨਵਾਂ ਬੰਦਾ ਖੜਾ ਕਰਾਂ, ਤਾਂ ਉਹਨਾਂ ਨੇ ਅਸ਼ਵਨੀ ਸ਼ੇਖੜੀ ਜੀ ਨੂੰ ਅੱਗੇ ਲਿਆਂਦਾ ਔਰ ਇਸ ਵੇਲੇ ਜੋ ਉਹਨਾਂ ਨੂੰ ਚੇਅਰਮੈਨੀ ਦਿੱਤੀ ਹੈ, ਮੈਨੂੰ ਲੱਗਦਾ ਕਿ ਇਸ ਚੇਅਰਮੈਨੀ ਪਿੱਛੇ ਕੈਪਟਨ ਸਾਹਿਬ ਜਿਹੜੀ ਸਿਆਸਤ ਇਹੀ ਕੰਮ ਕਰਦੀ ਹੈ ਕਿ ਉੱਥੋਂ ਦੇ ਜਿਹੜੇ ਉਹਨਾਂ ਨੂੰ ਜਿਹੜੇ ਵੱਡੇ ਲੀਡਰ ਛੱਡ ਚੁੱਕੇ ਨੇ, ਖਾਸ ਤੌਰ ਤੇ ਤ੍ਰਿਪਤ ਰਜਿੰਦਰ ਬਾਜਵਾ ਜੀ, ਉਹਨਾਂ ਦੇ ਪੈਰਲਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਨਵਾਂ ਜਿਹੜਾ ਹੈਗਾ ਲੀਡਰਸ਼ਿਪ ਖੜੀ ਕੀਤੀ ਜਾਏ ਔਰ ਖਾਸ ਤੌਰ ਤੇ ਜਿਹੜੀ ਇੱਕ ਹਿੰਦੂ ਚਿਹਰਾ ਲਿਆਂਦਾ ਜਾਏ ਔਰ ਇਹ ਦੱਸਿਆ ਜਾਏ ਕਿ ਪੰਜਾਬ ਜਿਹੜਾ ਹੈਗਾ ਉਹ ਸਾਰਾ ਜਿਹੜਾ ਹੈਗਾ ਸਾਰੇ ਧਰਮਾਂ ਦਾ ਖਿਆਲ ਰੱਖਦਾ ਹੈ। ਖਾਸ ਤੌਰ ਤੇ ਤੁਸੀਂ ਦੇਖਿਆ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੇ ਪ੍ਰਧਾਨ ਲਗਾਏ ਗਏ ਨੇ
ਵੱਖ-ਵੱਖ ਕਾਰਜਕਾਰੀ ਪ੍ਰਧਾਨ, ਉਹਨਾਂ ਦੇ ਵਿੱਚ ਵੀ ਇੱਕ ਹਿੰਦੂ ਚਿਹਰਾ ਲਿਆਂਦਾ ਗਿਆ। ਉਹਦੇ ਪੈਰਲਲ ਹੀ ਨਵਾਂ ਜਿਹੜਾ ਹੈਗਾ ਚਿਹਰਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਕਿਸਮ ਦੀ ਉਸ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹਿੰਦੂ ਲੌਬੀ ਹੈ ਪੰਜਾਬ ਦੀ, ਉਹਨੂੰ ਆਪਣੇ ਨਾਲ ਕਰਨ ਦੀ ਵੀ ਕੋਸ਼ਿਸ਼ ਹੈ ਕੈਪਟਨ ਸਾਹਿਬ ਦੀ। ਸੋ ਕਈ ਤਰ੍ਹਾਂ ਦੇ ਇੱਕ ਤੀਰ ਦੇ ਨਾਲ ਕਈ ਤਰ੍ਹਾਂ ਦੇ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੈਪਟਨ ਸਾਹਿਬ। ਪਰ ਹੁਣ ਆਪਾਂ ਦੇਖਦੇ ਹਾਂ ਕਿ ਇਹਦਾ ਅਸਰ ਕੀ ਹੋਏਗਾ। ਕੀ ਇਹਦੇ ਨਾਲ ਕੈਪਟਨ ਸਾਹਿਬ ਦਾ ਜਿਹੜਾ ਰੁਤਬਾ ਹੈ ਉਹ ਵਧੇਗਾ? ਕੀ ਇਹਦੇ ਨਾਲ ਅਸ਼ਵਨੀ ਸੇਖੜੀ ਜੀ ਦਾ ਰੁਤਬਾ ਵਧੇਗਾ ਜਾਂ ਇਹਦੇ ਨਾਲ ਘਟੇਗਾ? ਇਹਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ, ਇਸ ਜਸਚਰ ਨੂੰ ਸਮਝਣ ਦੀ ਲੋੜ ਹੈ। ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅਸ਼ਵਨੀ ਸੇਖੜੀ ਜੀ ਜਿਹੜੇ ਲੰਮੇ ਸਮੇਂ ਤੋਂ ਵਿਰੋਧ ਦੇ ਵਿੱਚ ਨਜ਼ਰ ਆ ਰਹੇ ਸੀਗੇ ਇਸ ਵੇਲੇ ਕੈਪਟਨ ਸਾਹਿਬ ਦੇ, ਉਹ ਤੁਸੀਂ ਦੇਖੋਗੇ ਕਿ ਬਿਲਕੁਲ ਯੂ ਟਰਨ ਲੈਂਦੇ ਨਜ਼ਰ ਆਉਂਦੇ ਨੇ। ਔਰ ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ 6 ਮਹੀਨਿਆਂ ਦੇ ਵਿੱਚ ਉਹ ਕੋਈ ਬਹੁਤ ਵੱਡਾ ਕੋਈ ਉੱਥੇ ਮਾਰਕਾ ਮਾਰ ਦੇਣਗੇ। ਪਰ ਮੈਨੂੰ ਨਹੀਂ ਲੱਗਦਾ ਕਿ ਅਗਲੇ ਜਿਹੜੇ 6 ਮਹੀਨੇ ਨੇ ਅਸ਼ਵਨੀ ਸੇਖੜੀ ਜੀ ਦੇ ਲਈ ਉਹ ਕੋਈ ਬਹੁਤੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕੋਈ ਫਲਦਾਇਕ ਜਾਂ ਲਾਭਦਾਇਕ ਹੋ ਸਕਦੇ ਨੇ। ਇਹ ਨਹੀਂ ਹੋਏਗਾ। ਇਸੇ ਤਰ੍ਹਾਂ ਜਦੋਂ ਅਸੀਂ ਕੈਪਟਨ ਸਾਹਿਬ ਦੀ ਪੋਲਿਟਿਕਸ ਦੇਖਦੇ ਹਾਂ ਅਸ਼ਵਨੀ ਸੇਖੜੀ ਜੀ ਨੂੰ ਲੈ ਕੇ, ਤਾਂ ਇੱਕ ਕਿਸਮ ਦੀ ਮੈਨੂੰ ਲੱਗਦਾ ਕਿ ਹੁਣ ਉਹ ਆਪਾਂ ਕਹਿੰਦੇ ਕਿ ਸੱਪ ਲੰਘ ਚੁੱਕਿਆ ਤਾਂ ਹੁਣ ਲੀਕ ਨੂੰ ਕੁੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਕਰਕੇ ਉਹ ਸਾਰਾ ਸਮਾਂ ਗੁਜ਼ਰ ਚੁੱਕਿਆ। ਹੁਣ ਜੋ ਕਰਨਾ ਸੀਗਾ ਕੈਪਟਨ ਸਾਹਿਬ ਨੇ ਉਹ ਕਰ ਚੁੱਕੇ ਨੇ। 4.5 ਸਾਲ ਬੀਤ ਚੁੱਕੇ ਨੇ ਔਰ 4.5 ਸਾਲਾਂ ਦੇ ਵਿੱਚ ਪੰਜਾਬ ਨੂੰ ਲੈ ਕੇ ਜੋ ਵੱਡੇ ਫੈਸਲੇ ਹੋਣੇ ਚਾਹੀਦੇ ਸੀਗੇ ਉਹ ਨਹੀਂ ਲੈ ਸਕੇ। ਪੰਜਾਬ ਨੂੰ ਲੈ ਕੇ ਜੋ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ ਉਹ ਪੂਰੇ ਨਹੀਂ ਕਰ ਸਕੇ। ਇਸ ਕਰਕੇ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਕੈਪਟਨ ਸਾਹਿਬ ਦਾ ਜਿਹੜਾ ਗ੍ਰਾਫ ਹੈ ਪੰਜਾਬ ਦੇ ਲੋਕਾਂ ਦੇ ਵਿੱਚ, ਆਪਣੀ ਸਰਕਾਰ ਦੇ ਵਿੱਚ, ਆਪਣੇ ਵਿਧਾਇਕਾਂ ਦੇ ਵਿੱਚ, ਕਾਂਗਰਸ ਦੇ ਵਿੱਚ ਲਗਾਤਾਰ ਉਹ ਗ੍ਰਾਫ ਗਿਰ ਰਿਹਾ ਹੈ ਔਰ ਉਹਦਾ ਫਾਇਦਾ ਨਵਜੋਤ ਸਿੰਘ ਸਿੱਧੂ ਦੀ ਲੌਬੀ ਨੂੰ ਨਜ਼ਰ ਆ ਰਿਹਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਬਿਆਨ ਦੇ ਰਹੇ ਨੇ ਲਗਾਤਾਰ ਕੈਪਟਨ ਹੋਰਾਂ ਦੇ ਖਿਲਾਫ ਨਵਜੋਤ ਸਿੰਘ ਸਿੱਧੂ, ਉੱਥੋਂ ਸਾਨੂੰ ਇਹੀ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਧੜਾ ਜਿਹੜਾ ਹੈਗਾ ਉਹ ਮਜ਼ਬੂਤ ਹੋ ਰਿਹਾ ਹੈ ਔਰ ਕੈਪਟਨ ਸਾਹਿਬ ਉਹਦੇ ਮੁਕਾਬਲੇ ਜਿਹੜੇ ਨੇ ਮੈਂ ਉਸ ਪਾਸੇ ਆਉਣ ਲੱਗਿਆ ਸੀ। ਜਿਸ ਤਰੀਕੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਹੋਰੀ ਜਾ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜ ਗਏ, ਤਾਂ ਉਹਦੇ ਪੈਰਲਰ ਹੁਣ ਜਿਹੜੇ ਪਹਿਲਾਂ ਖੁੱਡੇ ਲਾਏ ਹੋਏ ਅਸ਼ਵਨੀ ਸੇਖੜੀ ਸੀਗੇ ਤਾਂ ਉਹਨਾਂ ਨੂੰ ਹੁਣ ਚੁੱਕਿਆ ਜਾ ਰਿਹਾ। ਅਸ਼ਵਨੀ ਸੇਖੜੀ ਨੂੰ ਤ੍ਰਿਪਤ ਰਜਿੰਦਰ ਬਾਜਵਾ ਦੇ ਪੈਰਲਰ ਖੜਾ ਕੀਤਾ ਜਾ ਰਿਹਾ ਤੇ ਅਸ਼ਵਨੀ ਸੇਖੜੀ ਵੀ ਇਹ ਗੱਲ ਕਹਿਣ ਲੱਗੇ ਕਿ ਪਹਿਲਾਂ ਬਟਾਲੇ ਦੀ ਕਾਂਗਰਸ ਵਿੱਚ 2 ਧੜੇ ਸੀ ਤੇ ਹੁਣ ਇੱਕੋ ਹੀ ਧੜਾ ਰਹਿ ਗਿਆ ਤੇ ਹੁਣ ਅਸੀਂ ਸਹੀ ਤਰੀਕੇ ਨਾਲ ਜਿਹੜਾ ਕੰਮਕਾਜ ਕਰਾਂਗੇ। ਤਾਂ ਯਾਨੀ ਉਧਰਲੇ ਪਾਸੇ ਸਿੱਧੂ ਦੇ ਨਾਲ ਸਿੱਧੂ ਦੇ ਕਰੀਬੀਆਂ ਨੂੰ ਝਟਕਾ ਦੇਣ ਦੀ ਤਿਆਰੀ ਹੈ। ਤਾਂ ਦੂਜੇ ਪਾਸੇ ਜਦੋਂ ਆਪਾਂ ਕੱਲ ਦੀ ਖਬਰ ਦੀ ਗੱਲ ਕਰਦੇ ਸੀ, ਮਦਨ ਲਾਲ ਜਲਾਲਪੁਰ ਹੁਣਾਂ ਦੇ ਘਰੇ ਗਏ ਸਾਰੇ ਮੰਤਰੀ ਕੁਝ ਸੀਗੇ, ਸੁਖਜਿੰਦਰ ਸਿੰਘ ਰੰਧਾਵਾ ਸੀਗੇ, ਕੁਲਬੀਰ ਸਿੰਘ ਜੀਰਾ ਸੀਗੇ, ਦਵਿੰਦਰ ਸਿੰਘ ਘੁਬਾਇਆ ਸੀਗੇ ਤੇ ਨਾਲ ਉਹਨਾਂ ਦੇ ਚਰਨਜੀਤ ਸਿੰਘ ਚੰਨੀ ਸੀਗੇ। ਉੱਥੇ ਜਾ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇੱਥੋਂ ਭਾਈ ਮਦਨ ਲਾਲ ਜਲਾਲਪੁਰ ਨਹੀਂ, ਹੁਣ ਮੇਰਾ ਹਲਕਾ ਹੋ ਗਿਆ, ਮਦਨ ਲਾਲ ਜਲਾਲਪੁਰ ਨਹੀਂ, ਇੱਥੋਂ ਮੈਂ ਇੱਕ ਤਰੀਕੇ ਨਾਲ ਜਿਹੜੀ ਉਹਨਾਂ ਨੇ ਕਹਿਤਾ ਕਿ ਜੇ ਮਦਨ ਲਾਲ ਜਲਾਲਪੁਰ ਲੜਦਾ ਸਮਝ ਲਓ ਮੈਂ ਹੀ ਲੜ ਰਿਹਾ। ਤਾਂ ਉੱਥੇ ਗੱਲ ਇਹ ਸੀ ਕਿ ਮਦਨ ਲਾਲ ਜਲਾਲਪੁਰ ਜਿਹੜੇ ਸੀ ਥੋੜਾ ਸਿੱਧੂ ਵੱਲ ਝੁਕਾਅ ਰੱਖਣ ਲੱਗੇ। 170 ਪਿੰਡਾਂ ਦੇ ਜਿਹੜੇ ਕਾਂਗਰਸੀ ਸੀ ਉਹ ਮਦਨ ਲਾਲ ਜਲਾਲਪੁਰ ਦੇ ਖਿਲਾਫ ਹੋ ਗਏ ਤੇ ਉਹ ਕਾਂਗਰਸੀ ਉਹੀ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਤੇ ਮਦਨ ਲਾਲ ਜਲਾਲਪੁਰ ਦਾ ਜਿਹੜਾ ਹਮਾਇਤਪੁਰ ਦੇ ਸੀਗੇ। ਤਾਂ ਉਧਰਲੇ ਪਾਸੇ ਜਦੋਂ ਬਲਵਿੰਦਰ ਸਿੰਘ ਸੈਫਦੀਪੁਰ ਨੇ ਜਿਹੜੇ ਭਾਊ ਭਾਈਚਾਰੇ ਦੇ ਰਾਸ਼ਟਰੀ ਪ੍ਰਧਾਨ ਸੀਗੇ, ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸਾਂ ਦੇ ਵਿੱਚੋਂ ਸੀਗੇ ਤੇ ਘਨੌਰ ਹਲਕੇ ਦੇ ਨਾਲ ਸੰਬੰਧਿਤ ਸੀਗੇ ਤੇ ਉਹਨਾਂ ਨੂੰ ਵੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾ ਦਿੱਤਾ ਗਿਆ। ਕੀ ਲੱਗਦਾ ਹੈ ਕਿ ਜਾਣਬੁੱਝ ਕੇ ਇਹ ਗੱਲਾਂ ਸਾਰੀਆਂ ਹੋ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਵੱਲੋਂ ਜਿਹੜੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਦੇ ਨਾਲ ਜਾ ਕੇ ਖੜੇ ਉਹਨਾਂ ਨੂੰ ਜਾਣਬੁੱਝ ਕੇ ਕਮਜ਼ੋਰ ਕਰਨੀਆਂ ਇਹ ਕਿਆ ਜੋ ਕੁਝੀਆਂ ਚਾਲਾਂ ਨੇ? ਸੁਖਵਿੰਦਰ ਜੀ ਦੇਖੋ, ਕੈਪਟਨ ਸਾਹਿਬ ਹਮੇਸ਼ਾ ਹੀ ਕੋਝੀਆਂ ਚਾਲਾਂ ਚੱਲਦੇ ਰਹੇ ਨੇ, ਪਰ ਹੁਣ ਜਿਹੜਾ ਸਮਾਂ ਆ ਚੁੱਕਿਆ ਉਹਨਾਂ ਦੀਆਂ ਕੋਝੀਆਂ ਚਾਲਾਂ ਕਿਸੇ ਵੇਲੇ ਚੱਲਦੀਆਂ ਸੀਗੀਆਂ, ਕਿਸੇ ਵੇਲੇ ਕਿਉਂਕਿ ਉਹ ਬਾਕੀ ਜਿਹੜੇ ਧੜੇ ਸੀਗੇ ਉਹ ਕਾਫੀ ਕਮਜ਼ੋਰ ਸੀਗੇ ਕਾਂਗਰਸ ਦੇ ਵਿੱਚ, ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਇਦਾਂ ਦੀਆਂ ਚਾਲਾਂ ਸੀਗੀਆਂ, ਕੁਚਾਲਾਂ ਸੀਗੀਆਂ, ਉਹ ਚੱਲਦੀਆਂ ਸੀਗੀਆਂ, ਉਹਦੇ ਰਿਜ਼ਲਟ ਨਿਕਲਦੇ ਸੀਗੇ। ਪਰ ਹੁਣ ਤੁਸੀਂ ਦੇਖੋਗੇ ਕਿ ਇਸ ਵੇਲੇ ਜਿਹੜੀਆਂ ਚਾਲਾਂ ਚੱਲਦੇ ਉਹ ਨਜ਼ਰ ਆ ਰਹੇ ਨੇ ਕੈਪਟਨ ਸਾਹਿਬ, ਉਹ ਉਹਨਾਂ ਨੂੰ ਪੁੱਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ। ਤੁਸੀਂ ਇਸ ਲਈ ਮੈਂ ਗੱਲ ਬਹੁਤ ਜ਼ੋਰ ਨਾਲ ਕਹਿ ਰਿਹਾ ਕਿ ਕੈਪਟਨ ਸਾਹਿਬ ਦਾ ਆਪਣਾ ਇਲਾਕਾ ਹੈ ਪਟਿਆਲਾ, ਜਿਹਨੂੰ ਅਸੀਂ ਲੋਕ ਸਭਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਹਾਰਾਣੀ ਜਿਹੜੇ ਨੇ ਪ੍ਰਨੀਤ ਕੌਰ ਜੀ, ਉਹ ਇਸ ਇਲਾਕੇ ਦੀ ਲੋਕ ਸਭਾ ਦੇ ਮੈਂਬਰ ਨੇ, ਇਸ ਇਲਾਕੇ ਤੋਂ, ਪਟਿਆਲੇ ਤੋਂ। ਸੋ ਉਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਬਿਲਕੁਲ ਉਹਦੀ ਆਪਾਂ ਕਹਿੰਦੇ ਕਿ ਖਾਸਮ ਖਾਸ ਇਲਾਕਾ ਹੈ ਘਨੌਰ ਦਾ ਏਰੀਆ, ਕਿਉਂਕਿ ਪਟਿਆਲੇ ਦੇ ਵਿੱਚ ਗੜ੍ਹ ਹੈ ਕੈਪਟਨ ਸਾਹਿਬ ਦਾ, ਚਾਹੇ ਮਹਾਰਾਣੀ ਸਾਹਿਬ ਦਾ ਕਹਿ ਸਕਦੇ ਹਾਂ ਕਿ ਉਸ ਗੜ੍ਹ ਦੇ ਵਿੱਚ ਸੰਨ ਲਾਉਣ ਦੀ ਜਿਹੜੀ ਇੰਪੋਰਟੈਂਸ ਹੈ,
ਇਸ ਲਈ ਨਵਜੋਤ ਸਿੰਘ ਸਿੱਧੂ ਤੁਸੀਂ ਦੇਖੋਗੇ ਕਿ ਬਾਰ-ਬਾਰ ਜਲਾਲਪੁਰ ਦੇ ਘਰ ਵੀ ਜਾ ਰਹੇ ਨੇ, ਪਹਿਲਾਂ ਵੀ ਗਏ, ਹੁਣ ਵੀ ਜਾ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਮੈਂ ਬਾਰ-ਬਾਰ ਇਸ ਘਰ ਦੇ ਵਿੱਚ ਆਵਾਂਗਾ ਔਰ ਇਹ ਜਲਾਲਪੁਰ ਜੀ ਦੇ ਨਾਲ ਖੜਾਂਗਾ। ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਕਿ ਜਲਾਲਪੁਰੀ ਹੋਰਾਂ ਦੀ ਜਿਹੜੀ ਚੋਣ ਹੋਏਗੀ ਉਹ ਮੇਰੀ ਚੋਣ ਹੋਏਗੀ, ਉਹ ਇਹਨਾਂ ਦੀ ਠੇਕੇਦਾਰ ਸਾਹਿਬ ਦੀ ਨਹੀਂ ਹੋਏਗੀ। ਸੋ ਮੈਂ ਆਪਣੀ ਸਭ ਕੇਸ ਚੋਣ ਨੂੰ ਲੜਾਂਗਾ। ਸੋ ਇਸ ਜਿਹੜੇ ਹਵਾਲੇ ਦੇ ਬਹੁਤ ਮਾਇਨੇ ਨੇ, ਇਸ ਬਿਆਨ ਦੇ ਬਹੁਤ ਇੰਪੋਰਟੈਂਸ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਲਈ ਨੇ ਕਿਉਂਕਿ ਪਟਿਆਲੇ ਦੇ ਇਸ ਇਲਾਕੇ ਦੇ ਵਿੱਚ ਸੰਨ ਲਾਉਣਾ ਔਰ ਖਾਸ ਤੌਰ ਤੇ ਜਿਹੜਾ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਕੈਪਟਨ ਸਾਹਿਬ ਦਾ ਇਲਾਕਾ ਹੈ ਔਰ ਮਹਾਰਾਣੀ ਪ੍ਰਨੀਤ ਕੌਰ ਦਾ ਇਲਾਕਾ ਹੈ, ਇੱਥੇ ਉਹਨਾਂ ਤੋਂ ਬਿਨਾਂ ਕੋਈ ਇੱਥੇ ਪਰ ਨਹੀਂ ਮਾਰ ਸਕਦਾ, ਉਸ ਦੇ ਵਿੱਚ ਜਾ ਕੇ ਉੱਥੋਂ ਦੇ ਐਮਐਲਏ ਨੂੰ ਆਪਣੇ ਨਾਲ ਰਲਾ ਲੈਣਾ, ਇਹ ਆਪਣੇ ਆਪ ਦੇ ਵਿੱਚ ਹੀ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਘਟਨਾ ਹੈ ਪੰਜਾਬ ਦੀ ਪੋਲਿਟਿਕਸ। ਇਹ ਗੱਲਾਂ ਚਰਨਜੀਤ ਸਿੰਘ ਚੰਨੀ ਵੀ ਕਹਿੰਦੇ ਹੋਏ ਦਿਖਾਈ ਦਿੱਤੇ, ਕਹਿੰਦੇ ਕਿ ਪਟਿਆਲੇ ਦੇ ਵਿੱਚ ਕੋਈ ਵੀ ਪਾਰਲੀਮੈਂਟ ਇਲੈਕਸ਼ਨ ਰਹੀ ਹੋਵੇ, ਉਹਨਾਂ ਨੂੰ ਜਿਤਾਉਣ ਦੇ ਲਈ ਜੇਕਰ ਵੱਡਾ ਯੋਗਦਾਨ ਰਿਹਾ ਤਾਂ ਮਦਨ ਲਾਲ ਜਲਾਲਪੁਰ ਦਾ ਰਿਹਾ। ਯਾਨੀ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਤਾਤਾ ਕਿ ਭਾਈ ਤੁਹਾਡੀ ਜੇ ਧਰਮ ਪਤਨੀ ਜਿੱਤਦੀ ਰਹੀ ਆ, ਇਹ ਨਾ ਸੋਚਿਓ ਕਿ ਮਦਨ ਲਾਲ ਜਲਾਲਪੁਰ ਤੁਹਾਡੇ ਕਰਕੇ ਜਿੱਤਦਾ ਰਿਹਾ, ਤੇ ਜੇ ਤਾਂ ਤੁਹਾਡੀ ਧਰਮ ਪਤਨੀ ਜਿੱਤਦੀ ਰਹੀ ਆ ਪਟਿਆਲੇ ਤੋਂ MP ਤਾਂ ਉਹਦੇ ਵਿੱਚ ਮਦਨ ਜਲਾਲਪੁਰ ਦਾ ਸਗੋਂ ਦੀ ਜਿਹੜਾ ਵੱਡਾ ਯੋਗਦਾਨ ਸੀਗਾ। ਬਿਲਕੁਲ ਤੁਸੀਂ ਦੇਖੋਗੇ ਕਿ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਿ 9 ਵਿਧਾਨ ਸਭਾ ਸੀਟਾਂ ਨੇ ਪਟਿਆਲਾ ਹਲਕੇ ਦੀਆਂ, ਤਾਂ 9 ਦੇ ਵਿੱਚੋਂ 1 ਦੇ ਵਿੱਚ ਸੰਨ ਲੱਗ ਚੁੱਕੀ ਹੈ, ਜੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼ਤਰਾਣੇ ਵਾਲੇ ਜਿਹੜੇ ਵਿਧਾਇਕ ਨੇ ਉਹ ਵੀ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਨਵਜੋਤ ਸਿੰਘ ਸੰਗਰੂਰ ਚਲੇ ਗਏ ਸ਼ਾਇਦ। ਜੀ ਹੋ ਸਕਦਾ ਹੈ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਨਾਂ ਨੇ ਵੀ ਜਿਹੜਾ ਹੈਗਾ ਸ਼ਤਰਾਣੇ ਦੇ ਜਿਹੜੇ ਵਿਧਾਇਕ ਸੀ ਉਹਨਾਂ ਨੇ ਵੀ ਕੈਪਟਨ ਸਾਹਿਬ ਦੇ ਖਿਲਾਫ ਜਾ ਕੇ ਜਿਹੜੀ ਇੱਕ ਬਿਆਨ ਦਿੱਤੇ ਸੀਗੇ। ਸੋ ਉਮੀਦ ਇਹ ਕੀਤੀ ਜਾਣੀ ਬਣਦੀ ਹੈ ਕਿ ਇੱਕ ਇੱਕ ਕਰਕੇ ਤੁਸੀਂ ਦੇਖੋਗੇ ਕਿ ਜਿਹੜੇ ਵਿਧਾਨ ਸਭਾ ਹਲਕੇ ਨੇ ਪਟਿਆਲੇ ਦੇ ਉਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਾਲੇ ਦੇ ਵਿੱਚ ਆ ਸਕਦੇ ਆ। ਸੋ ਇਸ ਕਰਕੇ ਸ਼ੁਰੂਆਤ ਬਹੁਤ ਵਧੀਆ ਹੋਈ ਹੈ। ਇਸ ਸਾਰੇ ਇਲਾਕੇ ਨੂੰ, ਘਨੌਰ ਇਲਾਕੇ ਨੂੰ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਆਪਣੇ ਨਾਲ ਰਲਾਉਣਾ ਚਾਹੁੰਦੇ ਨੇ। ਇਸ ਕਰਕੇ ਖਾਸ ਤੌਰ ਤੇ ਜਲਾਲਪੁਰ ਜੀ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਬਹੁਤ ਖਾਸ ਨੇ, ਔਰ ਕਿਉਂਕਿ ਨਵਜੋਤ ਸਿੰਘ ਸਿੱਧੂ ਲਈ ਜਿਹੜਾ ਹੈਗਾ ਉਸ ਗੜ੍ਹ ਨੂੰ ਤੋੜਨਾ, ਉਸ ਗੜ੍ਹ ਦੇ ਵਿੱਚ ਸੰਨ ਲਾਉਣਾ ਜਿਹੜਾ ਹੈਗਾ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਹੈ। ਔਰ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਪਟਿਆਲੇ ਦੇ ਜਿਹੜੇ ਹੋਰ ਵਿਧਾਇਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸਾਥ ਦੇਣਗੇ। ਔਰ ਉਮੀਦ ਆਪਾਂ ਇਹੀ ਕਹਿ ਸਕਦੇ ਹਾਂ ਕਿ ਅਗਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਇਹ ਪਟਿਆਲੇ ਦੇ ਵਿੱਚ, ਖਾਸ ਤੌਰ ਤੇ ਜਿਹੜੀਆਂ ਪਟਿਆਲੇ ਦੀਆਂ ਵਿਧਾਨ ਸਭਾ ਚੋਣਾਂ ਨੇ, ਪਟਿਆਲਾ ਲੋਕ ਸਭਾ ਹਲਕੇ ਦੀਆਂ, ਉਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅੰਡਰ ਹੀ ਕੰਟਰੋਲ ਜਿਹੜੀਆਂ ਨੇ ਉਹ ਲੜੀਆਂ ਜਾ ਸਕਦੀਆਂ। ਜਿਵੇਂ ਉਹਨਾਂ ਨੇ ਇਸ਼ਾਰਾ ਨਵਜੋਤ ਸਿੰਘ ਸਿੱਧੂ ਹੋਰੀ ਕਹਿ ਰਿਹਾ ਕਿ ਅਸੀਂ ਮੈਮੋਰੈਂਡਮ ਲਿਖ ਕੇ ਦਿੱਤਾ ਹੈ, ਸਾਰੇ ਵਿਧਾਇਕਾਂ ਦੇ ਸਾਈਨ ਕਰਵਾ ਕੇ ਦਿੱਤੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਲਦ ਤੋਂ ਜਲਦ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਤੇ SYL ਦੀ ਤਰ੍ਹਾਂ ਹੀ ਜਿਹੜਾ ਕਿਸਾਨੀ ਜਿਹੜੇ 3 ਕਾਨੂੰਨ ਆਏ ਆ ਕਿਸਾਨੀ ਦੇ ਖਿਲਾਫ ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਉਹਨਾਂ ਨੂੰ ਰੱਦ ਕੀਤਾ ਜਾਵੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ। ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਦੇਰੀ ਕੀਤੀ ਜਾ ਰਹੀ ਆ ਉਹ ਸਾਨੂੰ ਹਜਮ ਨਹੀਂ ਹੋ ਰਹੀ। ਸੁਖਵਿੰਦਰ ਜੀ ਦੇਖੋ, ਆਪਾਂ ਹਾਕੀ ਦੀ ਗੱਲ ਕਰਕੇ ਆਏ ਆ ਔਰ ਹਾਕੀ ਦੇ ਵਿੱਚ ਜਿੰਨੀਆਂ ਵੱਧ ਤੋਂ ਵੱਧ ਗੋਲ ਹੁੰਦੇ ਆ ਜਿਹੜੀ ਟੀਮ ਦੇ ਉਹੀ ਟੀਮ ਜਿੱਤਦੀ ਹੈ। ਔਰ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਜਿੰਨਾ ਪ੍ਰੈਸ਼ਰ ਬਣਾ ਕੇ ਰੱਖਣਗੇ ਕੈਪਟਨ ਸਾਹਿਬ ਦੇ ਉੱਤੇ ਨਵਜੋਤ ਸਿੰਘ ਸਿੱਧੂ ਔਰ ਗੋਲ ਕਰਨਗੇ ਉਹਨਾਂ ਹੀ ਇਹਨਾਂ ਦੀ ਟੀਮ ਜਿੱਤੇਗੀ। ਸੋ ਇਸ ਕਰਕੇ ਸਾਨੂੰ ਦੇਖਣਾ ਚਾਹੀਦਾ ਇਸ ਵੇਲੇ ਬਿਲਕੁਲ ਮੌਕਾ ਹੈ। ਔਰ ਕੈਪਟਨ ਸਾਹਿਬ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਸਾਡੀ ਜਿਹੜੀ ਹੈਗੀ ਆਖਰੀ ਪਾਰੀ ਹੈ ਔਰ ਦਾ ਪੇਚ ਉਹ ਚੱਲ ਰਹੇ ਨੇ, ਪਰ ਜੇਕਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਰੱਖਣਗੇ, ਲਗਾਤਾਰ ਜਿਹੜਾ ਹੈਗਾ ਉਹਨਾਂ ਦੇ ਉੱਤੇ ਅਟੈਕ ਰੱਖਣਗੇ ਤਾਂ ਲਾਜ਼ਮੀ ਤੌਰ ਤੇ ਉਹ ਅਖੀਰ ਨੂੰ ਜਿੱਤ ਸਕਦੇ ਆ। ਸੋ ਇਹ ਵੀ ਜਿਹੜਾ ਵਾਰ ਕੱਲ ਉਹਨਾਂ ਨੇ ਕੀਤਾ ਹੈ ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਲਿਖ ਕੇ ਦੇ ਰਹੇ ਹਾਂ ਔਰ ਇਹ ਗੱਲ ਕਹਿ ਰਹੇ ਹਾਂ ਕਿ ਜਲਦੀ ਤੋਂ ਜਲਦੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ। ਔਰ ਉਹਨਾਂ ਕੱਲਾ ਇਹ ਨਹੀਂ ਕਹਿੰਦੇ ਕਿ ਕੱਲਾ ਸੈਸ਼ਨ ਬੁਲਾਓ, ਉਹਦੇ ਵਿੱਚ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ, ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਚਾਹੇ ਕਿਸਾਨੀ ਦਾ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਪੂਰਨ ਤੌਰ ਤੇ ਰੱਦ ਕਰਾਉਣਾ, ਜਿਵੇਂ SYL ਵੇਲੇ ਉਹਨਾਂ ਨੇ ਇੱਕ ਇਸ਼ਾਰਾ ਵੀ ਕੀਤਾ ਹੈ ਕਿ ਜਿਵੇਂ SYL ਦੇ ਉੱਤੇ ਸਟੈਂਡ ਲਿਆ ਸੀ ਕੈਪਟਨ ਸਾਹਿਬ ਨੇ, ਉਸੇ ਤਰ੍ਹਾਂ ਦਾ ਸਟੈਂਡ ਇਹਨਾਂ 3 ਕਾਲੇ ਕਾਨੂੰਨਾਂ ਦੇ ਉੱਤੇ ਕੈਪਟਨ ਸਾਹਿਬ ਨੂੰ ਲੈਣਾ ਚਾਹੀਦਾ। ਸੋ ਇੱਕ ਤਰ੍ਹਾਂ ਦਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਨਵਜੋਤ ਸਿੰਘ ਸਿੱਧੂ ਕੈਪਟਨ ਸਾਹਿਬ ਤੇ ਕਰ ਰਹੇ ਨੇ ਔਰ ਜੇਕਰ ਇਹ ਪ੍ਰੈਸ਼ਰ ਬਣਿਆ ਰਹਿੰਦਾ ਹੈ
ਔਰ ਇਹ ਪ੍ਰੈਸ਼ਰ ਜਿਹੜਾ ਹੈਗਾ ਹੌਲੀ ਆਪਾਂ ਨੇ ਵੀ ਦੇਖਿਆ ਹੈ ਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਚਾਹੇ ਟਵੀਟ ਹੋਣ, ਚਾਹੇ ਉਹਨਾਂ ਦੇ ਇੰਟਰਵਿਊਜ਼ ਹੋਣ, ਚਾਹੇ ਉਹਨਾਂ ਦੇ ਬਿਆਨ ਹੋਣ, ਲਗਾਤਾਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਕੈਪਟਨ ਸਾਹਿਬ ਨੂੰ ਜਿਹੜਾ ਹੈਗਾ ਕਿਵੇਂ ਨਾ ਕਿਵੇਂ ਉਹਨਾਂ ਦੇ ਉੱਤੇ ਅਟੈਕ ਰੱਖਿਆ ਜਾਏ। ਔਰ ਚਾਹੇ ਹਾਈ ਕਮਾਂਡ ਦੇ ਨਾਲ ਸਹਾਇਤਾ ਦੇ ਨਾਲ ਉਹਨਾਂ ਨੇ ਬਿਲਕੁਲ ਗੋਲ ਵੀ ਕੀਤੇ ਨੇ ਔਰ ਜਿੱਤ ਵੀ ਪ੍ਰਾਪਤ ਕੀਤੀ ਹੈ। ਮੈਨੂੰ ਲੱਗਦਾ ਕਿ ਜੋ ਕੁਝ ਚੱਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ, ਜਿਵੇਂ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਵਿਧਾਇਕ ਨੇੜਲੇ ਨੇ ਜਾਂ ਮੰਤਰੀ ਨੇੜਲੇ ਨੇ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਖਾਨਾ ਜੰਗੀ ਦੇ ਰਾਹੀਂ ਖੁੱਡ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੰਦਰੋਂ ਅੰਦਰੀ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਹਿ ਸਕਦੇ ਹਾਂ ਕਿ ਹਾਲੇ ਵੀ ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਜਿਹੜਾ ਮੁੱਕਿਆ ਨਹੀਂ ਹੈ। ਸੁਖਵਿੰਦਰ ਜੀ, ਇਹ ਕਦੇ ਵੀ ਨਹੀਂ ਮੁੱਕੇਗਾ। ਦੇਖੋ, ਪੋਲਿਟਿਕਸ ਦੇ ਵਿੱਚ ਜਿਹੜੀ ਇਹ ਇਸੇ ਕਲੇਸ਼ ਨੂੰ ਹੀ ਪੋਲਿਟਿਕਸ ਕਹਿੰਦੇ ਆ। ਇਹਦੀ ਆਪਾਂ ਪਰਿਭਾਸ਼ਾ ਜੇ ਆਪਾਂ ਬਦਲ ਕਹਿਣੀ ਹੋਵੇ ਕਿ ਪੋਲਿਟਿਕਸ ਕੀ ਹੁੰਦੀ ਹੈ, ਤਾਂ ਪੋਲਿਟਿਕਸ ਇਹੀ ਕਲੇਸ਼ ਹੀ ਹੁੰਦਾ ਹੈ। ਇਹਦੇ ਵਿੱਚ ਹਰ ਤਰ੍ਹਾਂ ਦਾ, ਇਹ ਚਾਹੇ ਕਈ ਵਾਰੀ ਕਲੇਸ਼ ਵੱਧ ਜਾਂਦਾ ਹੈ, ਕਈ ਵਾਰੀ ਤਿੱਖਾ ਹੋ ਜਾਂਦਾ ਹੈ, ਕਈ ਵਾਰੀ ਥੋੜਾ ਜਿਹਾ ਡਾਊਨ ਆ ਜਾਂਦਾ ਹੈ, ਪਰ ਇਹ ਜਿਹੜਾ ਇਹ ਕਲੇਸ਼ ਹੈ ਇਸੇ ਨੂੰ ਆਪਾਂ ਸਿਆਸਤ, ਜਿਹੜੀ ਕਾਂਗਰਸ ਦੀ ਸਿਆਸਤ ਕਹਿ ਸਕਦੇ ਹਾਂ। ਔਰ ਇਹਦੇ ਵਿੱਚ ਵੱਖ-ਵੱਖ ਦਾਅ ਪੇਚ ਹੁੰਦੇ ਨੇ। ਜਿਵੇਂ ਆਪਾਂ ਹਾਕੀ ਦੀ ਗੱਲ ਕੀਤੀ ਹੈ ਕਿ ਕਦੇ ਤੁਹਾਨੂੰ ਡਿਫੈਂਸਿਵ ਹੋਣਾ ਪੈਂਦਾ ਹੈ, ਕਦੇ ਤੁਹਾਨੂੰ ਅਟੈਕ ਕਰਨਾ ਪੈਂਦਾ ਹੈ, ਕਦੇ ਤੁਹਾਨੂੰ ਜਿਹੜਾ ਹੈਗਾ ਫਾਉਲ ਲੈਣੇ ਪੈਂਦੇ ਨੇ ਗਲਤ ਤਰੀਕੇ ਦੇ ਨਾਲ। ਸੋ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਵਿੱਚ ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਤੁਹਾਡੇ ਕੋਲ ਸਕਿੱਲ ਹੈ ਪੋਲਿਟਿਕਸ ਦੇ ਵਿੱਚ, ਉਹ ਅਲਟੀਮੇਟਲੀ ਜਿਹੜਾ ਹੈਗੀ ਅੱਗੇ ਆਉਂਦੀ ਹੈ। ਸੋ ਕੈਪਟਨ ਸਾਹਿਬ ਨੇ ਵੀ ਪੁਰਾਣੇ ਖੁੰਡ ਨੇ, ਉਹ ਪੁਰਾਣੇ ਖਿਡਾਰੀ ਨੇ ਸਿਆਸਤ ਦੇ। ਸੋ ਇਸ ਕਰਕੇ ਆਪਾਂ ਉਹਨਾਂ ਨੂੰ ਇੰਨਾ ਵੀ ਕਮਜ਼ੋਰ ਨਾ ਸਮਝੀਏ ਕਿ ਨਵਜੋਤ ਸਿੰਘ ਸਿੱਧੂ ਨੂੰ ਉਹ ਛੇਤੀ ਜਿਹੜਾ ਹੈਗਾ ਅੱਗੇ ਆਉਣ ਦੇਣਗੇ ਔਰ ਬਾਈ ਦਾ ਚਿਹਰਾ ਬਣਨ ਦੇਣਗੇ। ਪਰ ਨਵਜੋਤ ਸਿੰਘ ਸਿੱਧੂ ਕੋਲੇ, ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਇੱਕ ਨੌਜਵਾਨਾਂ ਦੀ ਟੀਮ ਹੈ ਉਹ, ਔਰ ਉਹਨਾਂ ਕੋਲੇ ਜਿਹੜਾ ਹੈਗਾ ਖੇਡ ਦੇ ਵੀ ਗੁਰ ਨੇ, ਉਹਨਾਂ ਕੋਲੇ ਸਿਆਸਤ ਦੇ ਵੀ ਗੁਰ ਨੇ। ਸੋ ਇਸ ਕਰਕੇ ਜੇ ਆਪਾਂ ਪੱਲੜਾ ਕਿਹਦਾ ਭਾਰੀ ਹੈ, ਤਾਂ ਇਸ ਵੇਲੇ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪੱਲੜਾ ਭਾਰੀ ਹੈ। ਬੇਸ਼ੱਕ ਕੈਪਟਨ ਸਾਹਿਬ ਇਹਨਾਂ ਦੇ ਖਿਡਾਰੀਆਂ ਨੂੰ ਜਾਂ ਇਹਨਾਂ ਦੇ ਜਿਹੜੇ ਪੱਲੜੇ ਵਾਲੇ ਜਿਹੜੇ ਲੋਕ ਨੇ, ਇਹਨਾਂ ਦੇ ਸਾਥੀ ਨੇ, ਉਹਨਾਂ ਨੂੰ ਪਿੱਛੇ ਲਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜਾ ਹੈਗਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਪਰ ਇਹਦਾ ਮਤਲਬ ਇਹ ਨਹੀਂ ਕਿ ਨਵਜੋਤ ਸਿੰਘ ਸਿੱਧੂ ਦਾ ਧੜਾ ਹਾਰੇਗਾ। ਅਲਟੀਮੇਟਲੀ ਨਵਜੋਤ ਸਿੰਘ ਸਿੱਧੂ ਦਾ ਧੜਾ ਜਿਹੜਾ ਹੈਗਾ ਜਿੱਤੇਗਾ ਔਰ 22 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ, ਜਿਵੇਂ ਇਸ ਵੇਲੇ ਪੋਜੀਸ਼ਨ ਹੈ ਕਾਂਗਰਸ ਦੀ, ਉਹਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾ ਸਕਦਾ ਹੈ। ਇਹ ਕਾਫੀ ਸੰਭਾਵਨਾਵਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਹਮਣੇ ਆ ਰਹੀਆਂ ਨੇ। ਸੁਖਵਿੰਦਰ ਜੀ, ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ, ਇਹਨਾਂ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅਹਿਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ ਆ ਜਿਹੜੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।